ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਭੈਰਵ ਮਹੱਲਾ ਤੀਜਾ। ਜੋਗੀ ਗ੍ਰਹੀ ਪੰਡਤ ਭੇਖਧਾਰੀ, ਏ ਸੂਤੇ ਆਪਣੇ ਅਹੰਕਾਰੀ। ਮਾਇਆ ਮਦ ਮਾਤਾ ਰਹਿਆ ਸੋਇ, ਜਾਗਤ ਰਹੈ ਨਾਮ ਸੈ ਕੋਈ। ਜੋਗੀ ਗ੍ਰਹੀ ਪੰਡਤ ਭੇਖਧਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੋਗੀ ਅਟਲ ਸ਼ਬਦ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ, ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਭੈਰਵ ਮਹੱਲਾ ਤੀਜਾ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਤੀਜੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਭੈਰੋਂ ਰਾਗ ਦੇ ਵਿੱਚ ਇਹ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ। ਜੋਗੀ ਗ੍ਰਹੀ ਪੰਡਤ ਭੇਖਧਾਰੀ। ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਸਾਹਿਬ ਜੀ ਪਰਮਾਦਤਾਈ ਦੀ ਨੀਂਦ ਵਿੱਚ ਸੁੱਤੇ ਹੋਇਆਂ ਦੀ ਹਾਲਤ ਦੱਸ ਕੇ ਗਿਆਨ ਜਾਗਰਤ ਵਿੱਚ ਜਾਗਰਣ ਵਾਲਿਆਂ ਬਾਬਤ ਉਪਦੇਸ਼ ਕਥਨ ਕਰਦੇ ਨੇ। ਜੋ ਜੋਗ ਮਤ ਵਾਲੇ ਨੇ, ਸਿਧਾਦਕ ਗਿਰੀ ਗ੍ਰਸਤੀ ਨੇ, ਪੰਡਤ ਵਿਦਵਾਨ ਅਤੇ ਭੇਖਾਂ ਨੂੰ ਧਾਰਨ ਵਾਲੇ ਭੇਖਧਾਰੀ ਹਨ। ਸੂਤੇ ਆਪਣਾ ਅਹੰਕਾਰੀ। ਇਹ ਸਾਰੇ ਹੀ ਆਪੋ ਆਪਣੇ ਅਭਿਮਾਨ ਦੇ ਵਿੱਚ ਹੀ ਸੁੱਤੇ ਪਏ ਨੇ। ਹੰਕਾਰ ਕਰਕੇ ਮੋਹ ਅਤੇ ਅਗਿਆਨ ਦੀ ਨੀਂਦ ਵਿੱਚ ਸੁੱਤੇ ਹੋਏ ਹਨ। ਮਾਇਆ ਮਦ ਮਾਤਾ ਰਹਿਆ ਸੋ। ਇਹ ਜੀਵ ਮਾਇਆ ਦੇ ਨਸ਼ੇ ਵਿੱਚ ਮਸਤ ਹੋਇਆ ਅਵਿਦਿਆ ਦੀ ਨੀਂਦ ਵਿੱਚ ਸੌਂ ਰਿਹਾ ਹੈ। ਜਾਗਤ ਰਹੈ ਨਾਮ ਸੈ ਕੋਈ। ਜਿਹੜਾ ਕੋਈ ਗੁਰਮੁਖ ਜਾਗਦਾ ਰਹਿੰਦਾ ਹੈ, ਉਹ ਕੋਈ ਚੋਰਾਂ ਕਰਕੇ ਲੁੱਟਿਆ ਨਹੀਂ ਜਾਂਦਾ। ਜਾਂ ਜੋ ਗਿਆਨ ਅਵਸਥਾ ਵਿੱਚ ਜਾਗਦਾ ਰਹਿੰਦਾ ਹੈ, ਉਹ ਕੋਈ ਕਾਮ ਕ੍ਰੋਧ ਰੂਪ ਚੋਰਾਂ ਕਰਕੇ ਲੁੱਟਿਆ ਨਹੀਂ ਜਾਂਦਾ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਸੋ ਜਾਗੈ ਜਿਸ ਸਤਿਗੁਰ ਮਿਲੈ,
ਗਿਆਨ ਅਵਸਥਾ ਦੇ ਵਿੱਚ ਉਹੀ ਜਾਗਦਾ ਹੈ ਜਿਸ ਨੂੰ ਸਤਿਗੁਰੂ ਮਿਲਦਾ ਹੈ। ਪੰਚ ਦੂਤ ਉਹ ਵਸਗਤ ਕਰੈ। ਫਿਰ ਪੰਜ ਕਾਮ ਕ੍ਰੋਧ ਰੋਹ ਵੈਰੀਆਂ ਨੂੰ ਉਹ ਮਨੁੱਖ ਆਪਣੇ ਅਧੀਨ ਕਰ ਲੈਂਦਾ ਹੈ ਜਾਂ ਇਹਨਾਂ ਵਿਕਾਰਾਂ ਦੀ ਚਾਲ ਆਪਣੇ ਵਸ ਵਿੱਚ ਕਰ ਲੈਂਦਾ ਹੈ। ਸੋ ਜਾਗੈ ਜੋ ਤਤ ਵਿਚਾਰੈ। ਉਹੀ ਗਿਆਨ ਅਵਸਥਾ ਵਿੱਚ ਜਾਗਦਾ ਹੈ ਜਿਹੜਾ ਤਤ ਸਰੂਪ ਦੀ ਵਿਚਾਰ ਕਰਦਾ ਹੈ। ਆਪ ਮਰੈ ਅਵਰਾ ਨਹਿ ਮਾਰੈ। ਅਤੇ ਆਪ ਦੇਹ ਅਭਿਮਾਨ ਵੱਲੋਂ ਮਰਦਾ ਹੈ ਤੇ ਹੋਰਨਾਂ ਨੂੰ ਦੁੱਖ ਦੇ ਅਨੂਪ ਨਹੀਂ ਮਾਰਦਾ। ਸੋ ਜਾਗੈ ਜੋ ਏਕੋ ਜਾਣੈ। ਉਹੀ ਮਨੁੱਖ ਗਿਆਨ ਅਵਸਥਾ ਵਿੱਚ ਜਾਗਦਾ ਹੈ ਜਿਹੜਾ ਗੁਰਾਂ ਦੁਆਰਾ ਇੱਕ ਪਰਮਾਤਮਾ ਨੂੰ ਸਭਨਾਂ ਦੇ ਵਿੱਚ ਵਿਆਪਕ ਜਾਣ ਲੈਂਦਾ ਹੈ। ਪਰ ਕਿਰਤ ਛੋੜੈ ਤਤ ਪਛਾਣੈ। ਫਿਰ ਮਾਇਆ ਦੀ ਵਾਸ਼ਨਾ ਛੱਡ ਕਰਕੇ ਤਤ ਸਰੂਪ ਨੂੰ ਪਹਿਚਾਣਦਾ ਹੈ। ਚਾਹੋ ਵਰਨਾ ਵਿੱਚ ਜਾਗੈ ਕੋਈ। ਚਾਰ ਵਰਨ ਜਿਹੜੇ ਨੇ ਖੱਤਰੀ ਬ੍ਰਾਹਮਣ ਸ਼ੂਦਰ ਅਤੇ ਵੈਸ਼ ਇਹਨਾਂ ਵਿੱਚੋਂ ਕੋਈ ਵਿਰਲਾ ਹੀ ਗਿਆਨ ਅਵਸਥਾ ਵਿੱਚ ਜਾਗਦਾ ਹੈ। ਜਮੈ ਕਾਲੈ ਤੇ ਛੂਟੈ ਸੋ। ਜੋ ਜਾਗ ਪੈਂਦਾ ਹੈ ਉਹ ਕਾਲ ਕਰਨ ਵਾਲੇ ਯਮਰਾਜ ਤੋਂ ਛੁੱਟ ਜਾਂਦਾ ਹੈ। ਕਹਿਤ ਨਾਨਕ ਜਨ ਜਾਗੈ ਸੋਇ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਉਹੀ ਮਨੁੱਖ ਅਵਿਦਿਆ ਦੀ ਮੋਹ ਦੀ ਨੀਂਦ ਤੋਂ ਜਾਗਦਾ ਹੈ। ਗਿਆਨ ਅੰਜਨ ਜਾ ਕੀ ਨੇਤਰੀ ਹੋ। ਜਿਸ ਦੇ ਮਨ ਬੁੱਧ ਰੂਪ ਅੱਖਾਂ ਵਿੱਚ ਜੋ ਗਿਆਨ ਦੀਆਂ ਸਲਾਈਆਂ ਹੁੰਦੀਆਂ ਨੇ, ਗਿਆਨ ਰੂਪ ਸੁਰਮਾ ਪਿਆ ਹੁੰਦਾ ਹੈ, ਜਿਨ੍ਹਾਂ ਦੇ ਮਨ ਬੁੱਧ ਰੂਪ ਅੱਖਾਂ ਦੇ ਵਿੱਚ ਗਿਆਨ ਰੂਪੀ ਸੁਰਮਾ ਪਿਆ ਹੁੰਦਾ ਹੈ, ਉਹ ਜਾਗਦੇ ਹਨ। ਮਹਾਰਾਜ ਨੇ ਆਖਿਆ ਗਿਆਨ ਅੰਜਨ ਜਾ ਕੋ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਭੈਰਵ ਮਹਲਾ ਤੀਜਾ। ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਭੈਰੋਂ ਰਾਗ ਵਿੱਚ ਸ਼ੋਭਾਮ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਜਾ ਕਉ ਰਾਖੈ ਆਪਣੀ ਸਰਨਾਈ। ਇਹ ਭਾਈ ਜਿਸ ਮਨੁੱਖ ਨੂੰ ਪਰਮਾਤਮਾ ਆਪਦੀ ਸ਼ਰਨ ਵਿੱਚ ਰੱਖਦਾ ਹੈ, ਸਾਚੇ ਲਾਗੈ ਸਾਚਾ ਫਲ ਪਾਈ। ਉਹ ਸੱਚੇ ਨਾਮ ਦੇ ਜਪਣ ਵਿੱਚ ਲੱਗਾ ਹੈ ਅਤੇ ਸੱਚਾ ਬ੍ਰਹਮ ਗਿਆਨ ਰੂਪੀ ਫਲ ਉਹ ਪਾਉਣਾ ਕਰਦਾ ਹੈ। ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਰੇ ਜਾਨ ਹੇ ਪੁਰਖ ਕੈਸੋ ਕਰਹੁ ਪੁਕਾਰਾ। ਪ੍ਰਭੂ ਤੋਂ ਬਿਨਾ ਹੋਰ ਕਿਸ ਦੇਵੀ ਦੇਵਤਿਆਂ ਦੇ ਕੋਲ ਪੁਕਾਰਾ ਫਰਿਆਦ ਕਰਦਾ ਪਿਆ ਹੈ। ਹੁਕਮੇ ਹੋਆ ਇਹ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਸਾਰਾ ਸੰਸਾਰ ਪੈਦਾ ਹੋਇਆ ਪਿਆ ਹੈ। ਹੁਕਮੇ ਵਰਤਾਰਾ ਅਤੇ ਹੁਕਮ ਦੇ ਵਿੱਚ ਹੀ ਸਾਰਾ ਵਰਤਾਰਾ ਵਰਤ ਰਿਹਾ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਇਹੋ ਆਕਾਰ
ਜਿਸ ਪਰਮਾਤਮਾ ਨੇ ਤੇਰਾ ਇਹ ਸਰੀਰ ਦਾ ਆਕਾਰ ਧਾਰਨ ਕੀਤਾ ਹੋਇਆ ਬਿਨ ਹੈ। ਮਹਿ ਬਿਨਸੈ ਕਰਤ ਨ ਲਾਗੈ ਬਾਰਾ। ਉਹ ਸਰੀਰ ਇੱਕ ਖਿਣ ਦੇ ਵਿੱਚ ਹੀ ਨਾਸ਼ ਹੋ ਜਾਵੇਗਾ ਅਤੇ ਉਸ ਪਰਮਾਤਮਾ ਨੂੰ ਤੇਰਾ ਸਰੀਰ ਨਾਸ਼ ਕਰਦਿਆਂ ਦੇਰ ਨਹੀਂ ਲੱਗਦੀ ਹੈ। ਇਸੇ ਪ੍ਰਕਾਰ ਇਹੋ ਆਕਾਰ ਤੇਰਾ ਹੈ ਧਾਰਾ। ਇਹ ਜੋ ਪਰਮਾਤਮਾ ਨੇ ਸਰੀਰ ਦਾ ਆਕਾਰ ਤੇਰਾ ਆਪ ਹੀ ਧਾਰਨ ਕੀਤਾ ਹੋਇਆ ਹੈ। ਇਹ ਜੋ ਗੁਣਾਂ ਦਾ ਆਕਾਰ ਹੈ, ਭਗਤੀ ਦਾ ਆਕਾਰ ਹੈ, ਸਿੱਖੀ ਸਰੂਪ ਦਾ ਸੋਹਣਾ ਬੜਾ ਦਾੜਾ ਪ੍ਰਕਾਸ਼ ਹੈ, ਸੋਹਣਾ ਦਸਤਾਰਾ ਹੈ। ਇਹ ਕਲਗੀਧਰ ਮਹਾਰਾਜ ਜੀ ਨੇ ਆਪ ਕਿਰਪਾ ਕਰਕੇ ਬਖਸ਼ਿਸ਼ ਕੀਤਾ ਹੈ, ਆਪ ਹੀ ਧਾਰਨ ਕਰਵਾਇਆ ਸਿੱਖੀ ਬਾਣੀ ਨੂੰ। ਇਹ ਗੁਰੂਆਂ ਨੇ ਆਪ ਤੇਰਾ ਧਾਰਨ ਕਰਵਾਇਆ ਕੀਤਾ ਹੈ। ਮੈਂ ਬਿਨਸੈ ਕਰਤ ਨ ਲਾਗੈ ਬਾਰਾ। ਜੇਕਰ ਤੂੰ ਗੁਰਾਂ ਦਾ ਉਪਦੇਸ਼ ਧਾਰਨ ਕਰੇਂਗਾ ਤਦੋਂ ਤੇਰਾ ਦੇਹ ਅਭਿਮਾਨ ਛਿਣ ਦੇ ਵਿੱਚ ਹੀ ਨਾਸ਼ ਹੋ ਜਾਵੇਗਾ ਅਤੇ ਫਿਰ ਬ੍ਰਹਮ ਗਿਆਨ ਪ੍ਰਾਪਤ ਕਰਦਿਆਂ ਦੇਰ ਨਹੀਂ ਲੱਗੇਗੀ। ਜਿਵੇਂ ਭਾਈ ਮਰਦਾਨੀ ਵਰਗਾ ਦੁਨੀਆ ਵਿੱਚ ਸਭ ਤੋਂ ਨਿਮਰਤਾ ਵਾਲਾ ਬੰਦਾ ਹੈ, ਕਿਤੇ ਹੋਰ ਨਹੀਂ ਵੇਖਣ ਵਿੱਚ ਆਉਂਦਾ। ਇੱਕ ਭਗਤ ਰਵਿਦਾਸ ਜੀ ਜਿਨ੍ਹਾਂ ਨੇ ਆਪ ਦੀ ਜਾਤ ਨੂੰ ਖੁਦ ਆਪ ਦੀ ਕਲਮ ਨਾਲ ਲਿਖ ਦਿੱਤਾ, ਕਹੋ ਰਵਿਦਾਸ ਖਲਾਸ ਚਮਾਰਾ, ਕਰ ਲੋ ਜੋ ਕਰਨਾ ਮੇਰਾ। ਠੀਕ ਹੈ, ਮੈਂ ਚਮਾਰਾ ਰੱਬ ਨੇ ਬਣਾਇਆ, ਬੰਦਾ ਆਪਦੀ ਮਰਜ਼ੀ ਨਾਲ ਥੋੜੋ ਘਰ ਚੁਣ ਸਕਦਾ। ਠੀਕ ਹੈ, ਮੈਂ ਸ਼ੁੱਧ ਚਮਿਆਰ ਹਾਂ, ਕਹੋ ਰਵਿਦਾਸ ਖਲਾਸ ਚਮਾਰਾ, ਜੋ ਹਮ ਸਹਿਰੀ ਸੋ ਮੀਤ ਹਮਾਰਾ। ਪਰ ਸਾਨੂੰ ਸ਼ਹਿਰ ਰੱਬ ਨੇ ਬੇਗੰਬਰਾ ਦਿੱਤਾ ਹੈ, ਬ੍ਰਹਮ ਗਿਆਨ ਦੀ ਬਖਸ਼ਿਸ਼ ਕੀਤੀ ਹੈ। ਆਓ ਜਿੰਨੇ ਮੇਰੇ ਨਾਲ ਸਿਟੀਜ਼ਨ ਬਣਨਾ, ਮੇਰੇ ਸ਼ਹਿਰੀ ਬਣਨਾ ਹੈ। ਇੰਜ ਸੋ ਗੁਰਮੁਖਾਂ ਦੇ ਵਿੱਚ ਮਰਦਾਨਾ ਜੀ ਵਾਂਗ, ਰਵਿਦਾਸ ਜੀ ਵਾਂਗ, ਕਬੀਰ ਜੀ ਵਾਂਗ ਨਿਮਰਤਾ ਆ ਜਾਂਦੀ ਹੈ। ਹਰਿ ਪ੍ਰਸਾਦ ਪਰਮਾਤਮਾ ਨੇ ਇਹ ਆਪ ਹੀ ਆਪਣੀ ਮਿਹਰ ਕਰਕੇ ਇੱਕ ਖੇਲ ਦਿਖਾਇਆ। ਇਹ ਆਪ ਹੀ ਸੰਸਾਰਿਕ ਖੇਡ ਵਾਂਗ ਮਿਥਿਆ ਰੂਪ ਕਰਕੇ ਦਿਖਾਉਣਾ ਕੀਤਾ ਹੈ। ਗੁਰ ਕਿਰਪਾ ਤੇ ਉਸ ਨੇ ਗੁਰਾਂ ਦੀ ਕਿਰਪਾ ਮਿਹਰ ਤੋਂ ਪਰਮ ਪਦ ਪਾਇਆ। ਵੱਡੀ ਕੇਵਲ ਮੋਖ ਰੂਪ ਪਦਵੀ ਨੂੰ ਪਾਇਆ ਹੈ। ਕਹਿਤ ਨਾਨਕ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪਾਵਨ ਕਥਨ ਕਰ ਰਹੇ ਨੇ ਮਾਰ ਜੀ ਵਾਲੇ ਸੋਏ। ਕਿ ਉਹ ਪਰਮਾਤਮਾ ਆਪ ਹੀ ਪ੍ਰਲਬਧ ਪੂਰੀ ਹੋਈ ਤੋਂ ਮਾਰਨ ਵਾਲਾ ਅਤੇ ਜੀਵਨਾਂ ਦੀ ਵਾਸ਼ਨਾ ਕਰਕੇ ਜੀਵਾਲਣਾ ਕਰਦਾ ਹੈ, ਜਾਂ ਜੀਵਤ ਭਾਵ ਤੋਂ ਮਾਰ ਕੇ ਆਪਣੇ ਸਰੂਪ ਦੇ ਵਿੱਚ ਜੀਵਾਲਣ ਵਾਲਾ ਹੈ। ਐਸਾ ਬੁਝਹੁ ਇਹ ਭਾਈ ਅਜਿਹਾ ਸਿਧਾਂਤ ਸਮਝਣਾ ਕਰੋ। ਭਰਮ ਨਾ ਭੁੱਲਹੁ ਕੋ। ਐਵੇਂ ਭਰਮ ਦੇ ਵਿੱਚ ਕੋਈ ਵੀ ਨਾ ਭੁੱਲਣਾ ਕਰੋ। ਮਹਲਾ ਤੀਜਾ। ਤੀਜੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਭੈਰੋਂ ਰਾਗ ਵਿੱਚ ਪਰਮਾਤਮਾ ਦੀ ਉਪਾਸਨਾ ਕਰਨ ਵਾਲਿਆਂ ਨੂੰ ਪ੍ਰਭੂ ਦੇ ਵਿੱਚ ਪ੍ਰੇਮ ਲਾਉਣ ਦਾ ਢੰਗ ਤਰੀਕਾ ਦੱਸਦੇ ਨੇ। ਮੈਂ ਕਾਮਣ ਮੇਰਾ ਕਾਂਤ ਕਰਤਾਰ। ਇਹ ਉੱਤਮ ਸਖੀ, ਮੈਂ ਕਾਮਣ ਇਸਤਰੀ ਦੀ ਨਿਆਈ ਹਾਂ। ਮੇਰਾ ਕੰਤ ਪਤੀ ਜੋ ਹੈ ਉਹ ਕਰਤਾਰ ਪਰਮਾਤਮਾ ਹੈ। ਸੋ ਉਹ ਅਕਾਲ ਪੁਰਖ ਵਾਹਿਗੁਰੂ ਮੇਰੇ ਪਤੀ ਦੀ ਤਰ੍ਹਾਂ ਹੈ। ਜਿਹਾ ਕਰਾਏ
ਪਤੀ ਪਰਮਾਤਮਾ ਮੇਰੇ ਪਾਸੋਂ ਕਰਾਉਂਦਾ ਹੈ। ਤੇਹਾ ਕਰੀ ਸੀਗਾ ਮੈਂ ਤੇ ਹੋ ਜਿਹਾ ਹੀ ਗਿਆਨ ਭਗਤੀ ਸਾਧਨਾ ਦਾ ਸ਼ਿੰਗਾਰ ਕਰਦੀ ਹਾਂ। ਜਾਂ ਤਿਸ ਭਾਵੈ ਜਦ ਤਿਸ ਪ੍ਰਭੂ ਨੂੰ ਭਾਉਂਦਾ ਹੈ ਤਾਂ ਕਰੇ ਭੋਗ ਤਦੋਂ ਆਪਣੇ ਵਿੱਚ ਅਭੇਦ ਕਰਨ ਨੂੰ ਆਨੰਦ ਦੇਣਾ ਕਰਦਾ ਹੈ। ਉਹ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਆਪਣੇ ਵਿੱਚ ਅਭੇਦ ਕਰਨ ਰੂਪ ਆਨੰਦ ਦੇਣਾ ਕਰਦਾ ਹੈ ਜਾਂ ਬ੍ਰਹਮਾਨੰਦ ਰੂਪ ਭੋਗ ਪ੍ਰਾਪਤ ਹੁੰਦਾ ਹੈ। ਅਨੁਮਾਨ ਸਾਚੇ ਸਾਹਿਬ ਜੋਗ ਇਸ ਕਰਕੇ ਤਨ ਸਰੀਰ ਅਤੇ ਮਨ ਹਿਰਦਾ ਸੱਚੇ ਸਾਹਿਬ ਮਾਲਕ ਦੇ ਜੋਗਾ ਹੀ ਕਰ ਦਿੱਤਾ ਹੈ। ਜਾਂ ਤਨ ਮਨ ਕਰਕੇ ਵਾਹਿਗੁਰੂ ਦੇ ਵਿੱਚ ਬਿਰਤੀ ਸਾਡੀ ਜੁੜੀ ਰਹਿੰਦੀ ਹੈ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ ਉਸਤਤ ਨਿੰਦਾ ਕਰੇ ਕਿਆ ਕੋਈ ਵਡਿਆਈ ਅਤੇ ਅਪਕੀਰਤੀ ਹੁਣ ਭਲਾ ਕੋਈ ਕੀ ਕਰ ਸਕਦਾ ਹੈ। ਜਾਂ ਆਪੇ ਵਰਤੈ ਏਕੋ ਸੋਈ ਜਦ ਉਸਤਤ ਅਤੇ ਨਿੰਦਿਆ ਵਾਲੀਆਂ ਵਿੱਚ ਉਹ ਇੱਕ ਪਰਮਾਤਮਾ ਆਪ ਹੀ ਵਰਤ ਰਿਹਾ ਹੈ। ਗੁਰ ਪ੍ਰਸਾਦੀ ਪਰਮਕ ਸਾਈ ਗੁਰਾਂ ਦੀ ਕਿਰਪਾ ਦੁਆਰਾ ਮੈਨੂੰ ਪਿਆਰੇ ਪਤੀ ਦੇ ਪ੍ਰੇਮ ਦੀ ਕਸ ਆਈ ਖਿੱਚ ਪਈ ਹੈ। ਮਿਲਾਉਗੀ ਦਇਆਲ ਪੰਜ ਸ਼ਬਦ ਵਜਾਈ ਮੈਂ ਪੰਜ ਜਣਾ ਸੰਤ ਜਨਾਂ ਦੇ ਸ਼ਬਦ ਉਪਦੇਸ਼ ਨੂੰ ਵਜਾ ਕੇ ਭਾਵ ਧਾਰਨ ਕਰਕੇ ਦਿਆਲੂ ਪ੍ਰਭੂ ਨੂੰ ਮਿਲਾਂਗੇ। ਜਾਂ ਇਸੇ ਪ੍ਰਕਾਰ ਮਿਲਾਉਗੀ ਦਇਆਲ ਪੰਜ ਸ਼ਬਦ ਵਜਾਈ ਦਸਮ ਦਵਾਰ ਦੇ ਵਿੱਚ ਤਤ ਤੰਤੀ ਬਿਤ ਚਰਮ ਕਾ ਘਨ ਕਾਸੀ ਕਾ ਜਾਨ ਨਾਦ ਸ਼ਬਦ ਘਟ ਕੋ ਕਹਿਤ ਸਵਾਸ ਸੁਖਰ ਪਹਿਚਾਨ ਤਤ ਬ੍ਰਿਤ ਘਨ ਨਾਦ ਤੇ ਸੁਖਰ ਆਦਿਕ ਪੰਜ ਵਾਜਿਆਂ ਆਦਿਕ ਨੂੰ ਮਜਾ ਕੇ ਦਿਆਲੂ ਪ੍ਰਭੂ ਦੀ ਚੇਤਨ ਦੀ ਲਾਟ ਦੇ ਨਾਲ ਮਿਲਾਂਗੇ। ਜਾਂ ਪੰਜ ਸ਼ਬਦ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਵਾਜੇ ਮਤਲਬ ਪ੍ਰਗਟ ਹੋਏ। ਕਿਹੜੇ ਪੰਜ ਸ਼ਬਦ? ਸਤ ਸੰਤੋਖ ਦਇਆ ਧਰਮ ਦੇ ਵਿਚਾਰੂ ਵਾਜਿਆਂ ਨੂੰ ਮਜਾ ਕੇ ਦਿਆਲੂ ਪ੍ਰਭੂ ਨੂੰ ਮਿਲਾਂਗੇ। ਭਨਤ ਨਾਨਕ ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਇਹ ਪਾਵਨ ਉਪਦੇਸ਼ ਉਚਾਰਨ ਕਰ ਰਹੇ ਨੇ। ਕਰੇ ਕਿਆ ਕੋ ਕਿ ਕੋਈ ਜੀਵ ਉਸ ਮਨੁੱਖ ਦਾ ਭਲਾ ਕੀ ਵਿਗਾੜ ਕਰ ਸਕਦਾ ਹੈ। ਜਿਸਨੂੰ ਆਪ ਮਿਲਾਵੈ ਸੋ ਜਿਸ ਨੂੰ ਉਹ ਪਤੀ ਪਰਮਾਤਮਾ ਆਪ ਗੁਰਾਂ ਦੁਆਰਾ ਆਪਣੇ ਨਾਲ ਮੇਲ ਲੈਂਦਾ ਹੈ। ਪੈਰੋ ਮਹਲਾ ਤੀਜਾ ਤੀਜੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇਹ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ। ਸੋ ਮਨ ਜੇ ਮਨ ਕੀ ਦੁਬਿਧਾ ਮਾਰੇ ਸਤਿਗੁਰੂ ਜੀ ਮੁਨੀ ਦੇ ਲੱਛਣ ਦੱਸਦੇ ਹੋਏ ਉਪਦੇਸ਼ ਬਖਸ਼ ਰਹੇ ਨੇ ਕਿ ਹੇ ਭਾਈ ਉਹੀ ਮੁਨੀ ਮੰਨਣਸ਼ੀਲ ਮਹਾਤਮਾ ਹੈ ਜਿਹੜਾ ਆਪਣੇ ਮਨ ਦੀ ਦੁਭਾਂਤੀ ਦਵੈਤ ਨੂੰ ਮਾਰਦਾ ਹੈ। ਦੁਬਿਧਾ ਮਾਰੇ ਬ੍ਰਹਮ ਵਿਚਾਰੇ ਫਿਰ ਦਵੈਤ ਨੂੰ ਮਾਰ
ਕੇ ਇੱਕ ਪਰਮਾਤਮਾ ਨੂੰ ਵਿਚਾਰਨਾ ਕਰਦਾ ਇਸ ਹੈ। ਮਨ ਕਾ ਕੋਈ ਖੋਜਹੁ ਭਾਈ, ਹੇ ਭਾਈ ਕੋਈ ਇਸ ਮਨ ਨੂੰ ਖੋਜ ਨਾ ਕਰੋ। ਮਨ ਖੋਜਤਾ ਨਾਮ ਨਉ ਨਿਧ ਪਾਈ। ਮਨ ਨੂੰ ਖੋਜਣ ਦੇ ਨਾਲ ਹੀ ਨੌ ਨਿਧਾਂ ਦੀ ਦੇਣ ਵਾਲਾ ਨਾਮ ਪ੍ਰਾਪਤ ਕਰੀਦਾ ਹੈ। ਇਸੇ ਪ੍ਰਕਾਰ ਇਸ ਮਨ ਖੋਜਤ ਨਾਮ ਨਉ ਨਿਧ ਪਾਈ। ਜੋ ਗੁਰਾਂ ਦੇ ਮਨ ਮੰਤਰ ਉਪਦੇਸ਼ ਨੂੰ ਖੋਜ ਨਾ ਕਰੋ ਜਾਂ ਮਨ ਸ਼੍ਰੋਮਣੀ ਪਰਮਾਤਮਾ ਦੀ ਖੋਜ ਕਰੋ, ਉਸ ਦੀ ਪ੍ਰਾਪਤੀ ਨਾਮ ਹੈ। ਨਾਮ ਦੁਆਰਾ 9 ਗੋਲਕਾਂ ਰੂਪ ਨਿਧਾਂ ਦੇ ਆਧਾਰ ਪਰਮਾਤਮਾ ਨੂੰ ਪਾ ਲਵੋਗੇ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਮੂਲ ਮੋਹ ਕਰ ਕਰਤੈ ਜਗਤ ਉਪਾਇਆ। ਮੋਹ ਅਗਿਆਨ ਨੂੰ ਮੁੱਢ ਬਣਾ ਕੇ ਕਰਤਾ ਪੁਰਖ ਨੇ ਜਾਂ ਮੁੱਢ ਰੂ ਪਰਮਾਤਮਾ ਨੇ ਮੋਹ ਆਦਿਕ ਵਿਕਾਰ ਪੈਦਾ ਕਰਕੇ ਇਹ ਸੰਸਾਰ ਪੈਦਾ ਕੀਤਾ ਹੈ। ਇਸੇ ਪ੍ਰਕਾਰ ਮੂਲ ਮੋਹ ਕਰ ਕਰਤੈ ਜਗਤ ਉਪਾਇਆ। ਕਰਤਾ ਪੁਰਖ ਨੇ ਮੂਲ ਕਾਰਨ ਜੋ ਮਾਇਆ ਹੈ ਉਸ ਵਿੱਚ ਮੋਹ ਲਾ ਕੇ ਜਗਤ ਨੂੰ ਪੈਦਾ ਕਰ ਦਿੱਤਾ ਹੈ। ਮਮਤਾ ਲਾਇ ਭਰਮ ਭੁਲਾਇਆ। ਫਿਰ ਮੇਰ ਤੇਰ ਵਿੱਚ ਲਾ ਕੇ ਜੀਵਨ ਨੂੰ ਭਰਮ ਦੇ ਵਿੱਚ ਭੁਲਾਉਣਾ ਕੀਤਾ ਹੈ। ਇਸ ਮਨ ਤੇ ਸਭ ਪਿੰਡ ਪ੍ਰਾਣਾ। ਇਸ ਮਨ ਦੇ ਸੰਸਕਾਰਾਂ ਤੋਂ ਹੀ ਸਾਰੇ ਸਰੀਰ ਅਤੇ ਸਵਾਸ ਚੱਲਦੇ ਹਨ। ਇਸੇ ਪ੍ਰਕਾਰ ਇਸ ਮਨ ਤੇ ਸਭ ਪਿੰਡ ਪ੍ਰਾਣਾ। ਮਨ ਨਾਮ ਹੈ ਸ਼੍ਰੋਮਣੀ ਪ੍ਰਭੂ ਦਾ। ਉਸ ਸ਼੍ਰੋਮਣੀ ਪ੍ਰਭੂ ਦੀ ਸੱਤਾ ਤੋਂ ਹੀ ਸਾਰੇ ਸਰੀਰ ਅਤੇ ਪ੍ਰਾਣ ਚੱਲਦੇ ਹਨ। ਮਨ ਕੈ ਵਿਚਾਰ ਹੁਕਮ ਬੁੱਝ ਸਮਾਣਾ। ਜੋ ਮਨੁੱਖ ਮਨ ਦੇ ਸਰੂਪ ਦਾ ਵਿਚਾਰ ਕਰਦਾ ਹੈ ਜਾਂ ਮਨ ਸ਼੍ਰੋਮਣੀ ਪਰਮਾਤਮਾ ਦਾ ਵਿਚਾਰ ਕਰਦਾ ਹੈ, ਉਹ ਪ੍ਰਭੂ ਦੇ ਹੁਕਮ ਨੂੰ ਬੁੱਝ ਕੇ ਉਸ ਦੇ ਸਰੂਪ ਦੇ ਵਿੱਚ ਸਮਾ ਜਾਂਦਾ ਹੈ। ਕਰਮ ਹੋਵੈ ਗੁਰ ਕਿਰਪਾ ਕਰੈ। ਜਿਸ ਮਨੁੱਖ ਦੇ ਪੂਰਬਲੇ ਨਿਸ਼ਕਾਮ ਕਰਮ ਕੀਤੇ ਹੁੰਦੇ ਨੇ ਉਸ ਉੱਪਰ ਗੁਰੂ ਆਪਣੀ ਮਿਹਰ ਕਰਦਾ ਹੈ। ਜੇ ਮਿਹਰ ਕਰ ਦੇਵੇ ਤਾਂ ਮਿਹਰ ਕਰੇ, ਜਿਸ ਮਿਹਰਬਾਨ ਤਾਂ ਕਾਰਜ ਆਵੇ ਰਾਸ। ਇਹੋ ਮਨ ਜਾਗੈ ਇਸ ਮਨ ਕੀ ਦੁਬਿਧਾ ਮਰੈ। ਜਦ ਮਿਹਰ ਕਰਦਾ ਹੈ ਤਦੋਂ ਹੀ ਮਨ ਗਿਆਨ ਅਵਸਥਾ ਵਿੱਚ ਜਾਗਦਾ ਹੈ ਅਤੇ ਇਸ ਮਨ ਦੀ ਦ્વੈਤ ਭ੍ਰਾਂਤੀ ਮਰ ਜਾਂਦੀ ਹੈ। ਮਨ ਕਾ ਸੁਭਾਉ ਸਦਾ ਬੈਰਾਗੀ। ਇਸ ਮਨ ਦਾ ਸੁਭਾਵ ਸਦਾ ਹਮੇਸ਼ਾ ਹੀ ਵੈਰਾਗ ਵਾਲਾ ਹੈ। ਮਨ ਕਾ ਸੁਭਾਉ ਸਦਾ ਬੈਰਾਗੀ। ਇਹ ਮਨ ਦਾ ਸੁਭਾਵ ਇਸ ਮਨ ਦਾ ਸੁਭਾਵ ਹਮੇਸ਼ਾ ਹੀ ਵੈਰਾਗਵਾਨ ਹੈ। ਅਰਥਾਤ ਜਿਵੇਂ ਕਿਸੇ ਪਾਤਸ਼ਾਹ ਦਾ ਛੋਟਾ ਪੁੱਤਰ ਸਭਾ 'ਚ ਆ ਗਿਆ, ਤਦੋਂ ਸਭਾ ਦੇ ਵਿੱਚ ਸਾਰੇ ਲੋਕ ਰਾਜੇ ਦਾ ਪੁੱਤਰ ਜਾਣ ਕੇ ਉਸ ਨੂੰ ਚੁੱਕਣ, ਪਰ ਉਹ ਪੁੱਤਰ ਹਰੇਕ ਦੀ ਸ਼ਕਲ ਦੇਖ ਕੇ ਉਤਰ ਕੇ ਅੱਗੇ ਚਲਿਆ ਜਾਵੇ ਕਿ ਮੇਰਾ ਪਿਤਾ ਨਹੀਂ ਹੈ। ਤਦੋਂ ਮਜੀਰ ਨੇ
ਉਸ ਨੂੰ ਕੁੱਛੜ ਚੁੱਕ ਕੇ ਪਾਤਸ਼ਾਹ ਦੀ ਗੋਦੀ ਵਿੱਚ ਬਿਠਾ ਦਿੱਤਾ ਵਜ਼ੀਰ ਨੇ। ਤੇ ਉਹ ਪਿਤਾ ਦੇ ਚਿਹਰੇ ਨੂੰ ਤੱਕ ਕੇ ਬਹੁਤ ਖੁਸ਼ ਹੋਇਆ ਤੇ ਆਰਾਮ ਨਾਲ ਉੱਥੇ ਹੀ ਬੈਠ ਗਿਆ। ਇਸੇ ਪ੍ਰਕਾਰ ਇਹ ਮਨ ਵੀ ਅਕਾਲ ਪੁਰਖ ਰੂਪ ਪਾਤਸ਼ਾਹ ਦਾ ਟਿੱਕਾ ਸਪੁੱਤਰ ਹੈ। ਸਭ ਪਦਾਰਥਾਂ ਦੀ ਸਭਾ ਲੱਗੀ ਹੋਈ ਹੈ। ਇਹ ਮਨ ਜਿਸ ਪਦਾਰਥ ਵਿੱਚ ਸੁੱਖ ਨਹੀਂ ਵੇਖਦਾ ਉਸ ਨੂੰ ਛੱਡ ਕੇ ਅੱਗੇ ਤੁਰ ਜਾਂਦਾ ਹੈ। ਇਉਂ ਮਨ ਵੈਰਾਗੀ ਹੋ ਕੇ ਇੱਕ ਥਾਂ ਤੇ ਟਿਕਦਾ ਨਹੀਂ ਹੈ। ਸੋ ਜਦੋਂ ਗੁਰੂ ਰੂਪ ਵਜ਼ੀਰ ਆਪਣੇ ਸ਼ਬਦ ਰੂਪ ਕੁੱਛੜ ਵਿੱਚ ਚੁੱਕ ਕੇ ਅਕਾਲ ਪੁਰਖ ਪਾਤਸ਼ਾਹ ਦੀ ਸਰੂਪ ਰੂਪੀ ਗੋਦ ਵਿੱਚ ਸਥਿਤ ਕਰ ਦਿੰਦੇ ਨੇ, ਤਦੋਂ ਇਹ ਅਬਨਾਸ਼ੀ ਪਦ ਪਾ ਲੈਂਦਾ ਹੈ। ਇਸ ਪ੍ਰਕਾਰ ਇਹ ਜਿਹੜਾ ਮਨ ਹੈ ਉਹ ਸਦਾ ਹੀ ਵੈਰਾਗੀ ਹੈ। ਸਭ ਮਹਿ ਵਸੈ ਅਤੀਤ ਅਨਰਾਗੀ। ਫਿਰ ਇਹ ਮਨ ਸਾਰਿਆਂ ਦੇ ਵਿੱਚ ਪ੍ਰੇਮੀ ਅਤੀ ਅਸੰਗ ਹੋ ਕੇ ਵਸਦਾ ਹੈ। ਇਸੇ ਤਰ੍ਹਾਂ ਜੋ ਮਹਾਰਾਜ ਫਰਮਾਉਂਦੇ ਨੇ, ਮਨ ਕਾ ਸੁਭਾਉ ਸਦਾ ਬੈਰਾਗੀ। ਸਾਰਿਆਂ ਦਾ ਮਨ ਸ਼੍ਰੋਮਣੀ ਤੇ ਸੁਭਾਉ ਭਲੀ ਪ੍ਰਕਾਰ ਪ੍ਰਕਾਸ਼ਨ ਵਾਲਾ ਪ੍ਰਮਾਤਮਾ ਸਦਾ ਹੀ ਸਭ ਤੋਂ ਬੈਰਾਗੀ। ਰਾਗ ਨਾਮ ਹੈ ਮੋਹ ਦਾ, ਬੈ ਨਾਮ ਹੈ ਰਹਿਤ ਦਾ। ਮੋਹ ਆਦਿਕ ਤੋਂ ਵਿੱਚ ਰਹਿੰਦਾ ਹੋਇਆ ਵੀ ਮੋਹ ਆਦਿਕ ਤੋਂ ਨਿਰਲੇਪ ਰਹਿੰਦਾ, ਵਿਕਾਰਾਂ ਤੋਂ ਅਸੰਗ ਰਹਿੰਦਾ ਹੈ। ਸਭ ਮਹਿ ਵਸੈ ਅਤੀਤ ਅਨਰਾਗੀ। ਜੋ ਪਰਮਾਤਮਾ ਸਾਰਿਆਂ 'ਚ ਵਸਦਾ ਹੋਇਆ ਵੀ ਸਭ ਤੋਂ ਅਸੰਗ ਅਤੀ ਅਨਰਾਗੀ, ਮੋਹ ਤੋਂ ਰਹਿਤ ਰਹਿੰਦਾ ਹੈ। ਕਹਿਤ ਨਾਨਕ ਜੋ ਜਾਣੈ ਭਿਓ। ਤੀਜੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਥਨ ਕਰਦੇ ਨੇ ਕਿ ਜਿਹੜਾ ਮਨੁੱਖ ਇਸ ਭੇਦ ਨੂੰ ਜਾਣ ਲੈਂਦਾ ਹੈ, ਆਦਿ ਪੁਰਖ ਨਿਰੰਜਨ ਦੇਵ। ਉਹ ਮਨੁੱਖ ਆਦਿ ਮੁੱਢ ਸਰੂਪ ਪੁਰਖ ਪੂਰਨ ਨਿਰੰਜਨ ਸ਼ੁੱਧ ਸਰੂਪ ਤੇ ਦਿਓ ਪ੍ਰਕਾਸ਼ ਰੂਪ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ। ਮਹਲਾ ਤੀਜਾ। ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਣ ਆਵੇ। ਤੀਜੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਵਾਹਿਗੁਰੂ ਨਾਮ ਦੀ ਮਹਿਮਾ ਵਰਣਨ ਕਰਦੇ ਹਨ। ਰਾਮ ਨਾਮ ਜਗਤ ਨਿਸਤਾਰਾ। ਇਹ ਭਾਈ ਰਾਮ ਪਰਮਾਤਮਾ ਦਾ ਨਾਮ ਜਪਣ ਨਾਲ ਹੀ ਸੰਸਾਰ ਦੇ ਜੀਵਨ ਦਾ ਪਾਰ ਉਤਾਰਾ ਹੁੰਦਾ ਹੈ। ਭਵ ਜਲ ਪਾਰ ਉਤਾਰਨ ਹਾਰਾ। ਇਹ ਨਾਮ ਹੀ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪ ਕਿਨਾਰੇ ਤੇ ਉਤਾਰਨ ਵਾਲਾ ਹੈ। ਬਰਸਾਤੀ ਹਰ ਨਾਮ ਸੰਭਾਲਾ। हे ਭਾਈ ਗੁਰਾਂ ਦੀ ਕਿਰਪਾ ਦੁਆਰਾ ਹਰੀ ਪਰਮਾਤਮਾ ਦਾ ਨਾਮ ਸੰਭਾਲਣਾ ਕਰ, ਨਾਮ ਨੂੰ ਯਾਦ ਕਰ। ਸਦਾ ਨਿਭੈ ਤੇਰੇ ਨਾਲ। ਉਹ ਹਮੇਸ਼ਾ ਹੀ ਲੋਕ ਪਰਲੋਕ ਦੇ ਵਿੱਚ ਤੇਰੇ ਨਾਲ ਨਿਭੇਗਾ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ, ਨਾਮ ਨਾ ਚਿਤ ਹੈ ਮਨ ਮੁਖ ਗਾਵਾਰਾ। ਆਪਣੇ ਮਨ ਨੂੰ ਮੁਖੀ ਬਣਾਉਣ ਵਾਲੇ ਬੇਸਮਝ ਮਨੁੱਖ ਪਰਮਾਤਮਾ ਦਾ ਨਾਮ ਯਾਦ ਨਹੀਂ ਕਰਦੇ। ਬਿਨ ਨਾਵੈ ਕੈਸੀ ਪਾਵੈ ਪਾਰਾ। ਫਿਰ ਉਹ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸ ਪ੍ਰਕਾਰ ਸੰਸਾਰ ਸਮੁੰਦਰ ਤੋਂ ਪਾਰ ਪਾ ਸਕਦੇ ਨੇ।
ਭਾਵ ਪਰਰੂਪ ਪਰਮਾਤਮਾ ਨੂੰ ਉਹ ਕਿਵੇਂ ਪਾ ਸਕਣਗੇ? ਭਾਵ ਨਹੀਂ ਪੈ ਸਕਦੇ, ਸੋ ਪਰਮਾਤਮਾ ਨੂੰ ਉਹ ਨਹੀਂ ਪਾ ਸਕਦੇ। ਆਪੇ ਦਾਤ ਕਰੇ ਦਾਤਾਰ। ਦਾਤਾ ਪਰਮਾਤਮਾ ਆਪ ਹੀ ਗੁਰਾਂ ਦੁਆਰਾ ਆਪਣੇ ਨਾਮ ਦੀ ਦਾਤ ਬਖਸ਼ਿਸ਼ ਦੇਣਾ ਕਰਦਾ ਹੈ। ਦੇਵਨ ਹਾਰੀ ਕਾ ਜੈਕਾਰ। ਇਸ ਲਈ ਦੇਣ ਵਾਲੇ ਦਾਤੇ ਪ੍ਰਭੂ ਨੂੰ ਸਦਾ ਹੀ ਨਮਸਕਾਰ ਕਰਨੀ ਚਾਹੀਦੀ ਹੈ ਜਾਂ ਉਸ ਦਾ ਧੰਨਵਾਦ ਕਰਨਾ ਚਾਹੀਦਾ ਹੈ। ਨਦਰ ਕਰੇ ਸਤਿਗੁਰੂ ਮਿਲਾਏ। ਜੇਕਰ ਉਹ ਪ੍ਰਭੂ ਆਪਣੀ ਮਿਹਰ ਕਰ ਦੇਵੇ ਤਾਂ ਸਤਿਗੁਰੂ ਦੇ ਨਾਲ ਮਿਲਾ ਦਿੰਦਾ ਹੈ। ਨਾਨਕ ਹਿਰਦੈ ਨਾਮ ਵਸਾਏ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਫਿਰ ਗੁਰੂ ਜੀ ਹਿਰਦੇ ਮਨ ਦੇ ਅੰਦਰ ਪਰਮਾਤਮਾ ਦਾ ਨਾਮ ਵਸਾ ਦਿੰਦੇ ਹਨ। ਭੈਰੋ ਮਹਲਾ ਤੀਜਾ। ਤੀਜੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਭੈਰੋਂ ਰਾਗ ਵਿੱਚ ਸ਼ੋਭਾਮਣ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਨਾਮੇ ਉਦਰੇ ਸਭ ਜਿਤਨੇ ਲੋ। ਨਾਮ ਦੀ ਮਹਿਮਾ ਵਰਣਨ ਕਰਦੇ ਨੇ ਕਿ ਜਿੰਨੇ ਵੀ ਸਾਰੇ ਲੋਕ ਹਨ ਉਹਨਾਂ ਵਿੱਚ ਉਹ ਮਨੁੱਖ ਨਾਮ ਕਰਕੇ ਹੀ ਤਰੇ ਹਨ। ਗੁਰਮੁਖ ਜਿਨਾ ਪ੍ਰਾਪਤ ਹੋਇ। ਜਿਨ੍ਹਾਂ ਨੂੰ ਮੁਖੀ ਗੁਰਾਂ ਦੁਆਰਾ ਨਾਮ ਪ੍ਰਾਪਤ ਹੁੰਦਾ ਹੈ। ਹਰਿ ਜੀਓ ਆਪਣੀ ਕਿਰਪਾ ਕਰੇ। ਇਸ ਲਈ ਬੇਨਤੀ ਕਰੀਏ ਕਿ ਹੇ ਹਰ ਪ੍ਰਭੂ ਜੀ ਤੁਸੀਂ ਸਾਡੇ ਉੱਪਰ ਆਪਣੀ ਮਿਹਰ ਕਰੋ। ਗੁਰਮੁਖ ਨਾਮ ਵਡਿਆਈ ਦੇ। ਅਤੇ ਸਾਨੂੰ ਮੁਖੀ ਗੁਰਾਂ ਦੁਆਰਾ ਆਪਣੇ ਨਾਮ ਦੀ ਸ਼ੋਭਾ ਕਰਨੀ ਦੇਣਾ ਕਰੋ ਜੀ। ਰਹਾ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਰਾਮ ਨਾਮ ਜਿਨ ਪ੍ਰੀਤ ਪਿਆਰ। ਪਰਮਾਤਮਾ ਦੇ ਨਾਮ ਦੇ ਵਿੱਚ ਜਿਨ੍ਹਾਂ ਦੀ ਮਨ ਕਰਕੇ ਪ੍ਰੀਤੀ ਅਤੇ ਬਾਣੀ ਕਰਕੇ ਸਰੀਰ ਕਰਕੇ ਪਿਆਰ ਹੈ। ਆਪ ਉਦਰੇ ਸਭ ਕੁਲ ਉਦਾਹਰਣ ਹਾਰ। ਉਹ ਆਪ ਤਾਂ ਸੰਸਾਰ ਸਮੁੰਦਰ ਤੋਂ ਤਾਰੀ ਗਏ ਨੇ ਦੇ ਨਾਲ ਆਪਦੀਆਂ ਸਾਰੀਆਂ ਕੁਲਾਂ ਨੂੰ ਵੀ ਤਾਰਨ ਵਾਲੇ ਹਨ। ਬਿਨ ਨਾਵੈ ਮਨ ਮੁਖ ਜਮਪੁਰ ਜਾਹੇ। ਪਰਮਾਤਮਾ ਦੇ ਨਾਮ ਤੋਂ ਬਿਨਾ ਮਨ ਦੇ ਪਿੱਛੇ ਲੱਗਣ ਵਾਲੇ ਬੇਸਮਝ ਜੀਵ ਯਮਾਂ ਦੀ ਪੁਰੀ ਯਮ ਲੋਕ ਵਿੱਚ ਜਾਂਦੇ ਹਨ। ਔਖੇ ਹੋਵੈ ਝੋਟਾ ਖਾਏ। ਉਥੇ ਯਮਾਂ ਦੀਆਂ ਸੱਟਾਂ ਖਾਂਦੇ ਨੇ ਅਤੇ ਦੁਖੀ ਹੁੰਦੇ ਹਨ। ਆਪੇ ਕਰਤਾ ਦੇਵੈ ਸੋਇ। ਉਹ ਕਰਤਾ ਪੁਰਖ ਆਪ ਹੀ ਜਿਸ ਨੂੰ ਨਾਮ ਦੀ ਦਾਤ ਦੇਣਾ ਕਰਦਾ ਹੈ। ਨਾਨਕ ਨਾਮ ਪ੍ਰਾਪਤ ਹੋਇ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਉਸੇ ਨੂੰ ਹੀ ਇਹ ਨਾਮ ਦੀ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੁੰਦੀ ਹੈ। ਭੈਰੋ ਮਹਲਾ ਤੀਜਾ। ਤੀਜੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਭੈਰੋਂ ਰਾਗ ਵਿੱਚ ਸ਼ੋਭਾਮਣ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ। ਗੋਵਿੰਦ ਪ੍ਰੀਤ ਸਨਕਾਦਿਕ ਉਦਾਰੇ। ਪਰਮਾਤਮਾ ਦੀ ਪ੍ਰੀਤੀ ਨੇ ਬ੍ਰਹਮਾ ਦੇ ਪੁੱਤਰ ਸਨਕ ਸਨੰਦਰ ਸਨਾਤਨ ਸਨਤ ਕੁਮਾਰ ਇਹ ਤਾਰ ਦਿੱਤੇ ਜੋ 5 ਸਾਲ ਦੀ ਅਵਸਥਾ ਵਿੱਚ ਹੀ ਵਿਚਰਦੇ ਨੇ। ਕਿਉਂਕਿ 5 ਸਾਲ ਤੱਕ ਬੱਚੇ ਨੂੰ
ਬੇਕਾਰ ਤੰਗ ਨਹੀਂ ਕਰਦੇ। ਇਸ ਲਈ ਆਪਦੀ ਉਮਰ 5 ਸਾਲ ਹੀ ਰੱਖਦੇ ਨੇ। ਹੈ ਮਹਾਂਪੁਰਖ ਬ੍ਰਹਮ ਗਿਆਨੀ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੀ ਪ੍ਰੀਤੀ ਨੇ ਉਹਨਾਂ ਨੂੰ ਵੀ ਤਾਰ ਦਿੱਤਾ ਹੈ। ਰਾਮ ਨਾਮ ਸ਼ਬਦ ਵਿਚਾਰੇ, ਕਿਉਂਕਿ ਉਹ ਰਾਮ ਪਰਮਾਤਮਾ ਦੇ ਨਾਮ ਨੂੰ ਗੁਰਾਂ ਦੇ ਉਪਦੇਸ਼ ਦੁਆਰਾ ਵਿਚਾਰਦੇ ਰਹਿੰਦੇ ਹਨ। ਹਰ ਜਿਉ ਆਪਣੀ ਕਿਰਪਾ ਧਾਰ। ਇਸ ਲਈ ਆਪਾਂ ਵੀ ਬੇਨਤੀ ਕਰੀਏ ਕਿ ਹਰ ਪਰਮਾਤਮਾ ਜੀਓ, ਹੇ ਵਾਹਿਗੁਰੂ ਜੀ, ਤੁਸੀਂ ਸਾਡੇ ਉੱਤੇ ਆਪਣੀ ਮਿਹਰ ਦੀ ਦ੍ਰਿਸ਼ਟੀ ਧਾਰਨ ਕਰੋ। ਗੁਰਮੁਖ ਨਾਮੇ ਲੱਗੈ ਪਿਆਰ, ਤਾਂ ਕਿ ਮੁਖੀ ਗੁਰਾਂ ਦੁਆਰਾ ਤੇਰੇ ਨਾਮ ਦੇ ਵਿੱਚ ਸਾਡਾ ਪ੍ਰੇਮ ਲੱਗ ਜਾਵੇ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਅੰਤਰ ਪ੍ਰੀਤ ਭਗਤ ਸਾਚੀ ਹੋਏ, ਜਿਸ ਦੇ ਹਿਰਦੇ ਵਿੱਚ ਪ੍ਰਭੂ ਦੀ ਪ੍ਰੀਤੀ ਹੁੰਦੀ ਹੈ ਉਸੇ ਦੀ ਹੀ ਸੱਚੀ ਭਗਤੀ ਹੁੰਦੀ ਹੈ। ਮਹਾਰਾਜ ਫਰੀ ਸਾਹਿਬ ਦੀ ਰਸਨਾ ਤੋਂ ਫਰਮਾਉਂਦੇ ਨੇ, ਕਹਿੰਦੇ ਨੇ ਕਿ ਮੁਹੱਬਤ ਜਿਸ ਖੁਦਾਈ ਦੀ, ਇਸੇ ਤਰ੍ਹਾਂ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਰਤੇ ਇਸ਼ਕ ਖੁਦਾਏ, ਰਤੇ ਇਸ਼ਕ ਖੁਦਾਏ। ਜਿਹੜੇ ਖੁਦਾ ਦੇ ਇਸ਼ਕ ਪਿਆਰ ਦੇ ਵਿੱਚ ਰਤੇ ਹੋਏ ਨੇ ਸੇ ਹੀ ਸੱਚੇ ਆ। ਉਹੀ ਸੱਚੇ ਬ੍ਰਹਮ ਗਿਆਨੀ ਮਹਾਂਪੁਰਖ ਜਗਿਆਸੂ ਸੱਚੇ ਨੇ। ਪਰ ਜਿਨ ਮਨ ਹੋਰ ਮੁਖ ਹੋਰ, ਜਿਨ੍ਹਾਂ ਦੇ ਮਨ ਵਿੱਚ ਤਾਂ ਕੁਝ ਹੋਰ ਹੀ ਚੱਲ ਰਿਹਾ ਤੇ ਮੂੰਹ ਤੋਂ ਝੂਠੀ ਪ੍ਰੀਤੀ ਦੇ ਬਚਨ ਕਰਦੇ ਨੇ, ਸੇ ਕਾਂਡੇ ਕੱਚੇ ਆ। ਉਹ ਕੱਚੀ ਪੀਲੀ ਅਵਸਥਾ ਵਾਲੇ ਪਖੰਡੀ ਦੇਹਧਾਰੀ ਗੁਰੂ ਕਹੇ ਜਾਂਦੇ ਨੇ ਤੇ ਮੱਖਣੀ ਚੋਂ ਵਾਲ ਦੀ ਤਰ੍ਹਾਂ ਪਾਸੇ ਕੱਢ ਕੇ ਸੁੱਟ ਦਿੱਤੇ ਜਾਂਦੇ ਨੇ। ਝੂਠੇ ਕੀਰੇ ਝੂਠ ਪ੍ਰੀਤ, ਝੂਠੇ ਬੰਦੇ ਦੀ ਝੂਠੀ ਪ੍ਰੀਤੀ ਹੈ। ਉਹ ਮੂੰਹ ਤੋਂ ਮਿੱਠੀਆਂ ਗੱਲਾਂ ਤਾਂ ਮਾਰਦਾ ਕਿ ਆਪਦੀ ਦੇਹ ਦੀ ਪੂਜਾ ਕਰਾਉਣੀ ਹੈ। ਇਸ ਲਈ ਪੂਜਾ ਦੇਹ ਦੀ ਇੱਛਾ ਕਰਕੇ ਸ਼ਬਦ ਪੜ੍ਹਦਾ ਹੈ, ਜੇ ਪੜ੍ਹਦਾ ਵੀ ਹੈ। ਇਸ ਲਈ ਫਰੀਦ ਸਾਹਿਬ ਜੀ ਕਹਿੰਦੇ, ਨਾਨਕ ਕਚੜਿਆਂ ਸਿਉ ਤੋੜ। ਉਹਨਾਂ ਕੱਚੀ ਬਿਲੀ ਅਵਸਥਾ ਵਾਲਿਆਂ ਦੇ ਨਾਲੋਂ ਆਪਦਾ ਨਾਤਾ ਤੋੜ ਦਿਓ। ਢੂੰਡ ਸੱਜਣ ਸੰਤ ਪੱਕਿਆਂ, ਪੱਕੀ ਅਵਸਥਾ ਵਾਲੇ ਸੰਤਾਂ ਸੱਜਣਾਂ ਨੂੰ ਲੱਭ ਲੈਣਾ ਕਰੋ। ਵੇਖੋ ਜਿਨ੍ਹਾਂ ਦਾ ਦਿਲੋਂ ਪ੍ਰੇਮ ਸੀਗਾ, ਮੈਂ ਸਹਿਮਤ ਨਹੀਂ ਇਸ ਗੱਲ ਨਾਲ, ਭਾਵੇਂ ਖੁਦਕੁਸ਼ੀ ਕਰ ਦੇਣੀ ਜਾਂ ਆਪਦੀ ਦੇਹ ਨੂੰ ਮਰਜ਼ੀ ਨਾਲ ਤਿਆਗ ਦੇਣਾ, ਪਰ ਪਤਾ ਨਹੀਂ ਉਹਨਾਂ ਦੇ ਮਨ ਵਿੱਚ ਕੀ ਆਇਆ। ਇੰਨੇ ਚੰਗੇ ਮਹਾਂਪੁਰਖ ਮੈਨੂੰ ਬਹੁਤ ਪਿਆਰ ਵਾਲੀ ਰੂਹ ਲੱਗਦੀ। ਛੋਟੀ ਉਮਰ ਤੋਂ ਇਹਨਾਂ ਦਾ ਕੀਰਤਨ ਸੁਣਦੇ ਆਏ ਆ। ਸੰਤ ਰਾਮ ਸਿੰਘ ਜੀ ਨਾਨਕਸਰ ਸੰਗੀੜਾਂ ਵਾਲੇ, ਸਿੰਘੜਾਂ ਵਾਲੇ, ਕਰਨਾਲ ਦੇ ਕੋਲ ਉਹਨਾਂ ਦਾ ਸਥਾਨ ਹੈ। ਬਹੁਤ ਹੀ ਸੁਰੀਲੀ ਸੁੰਦਰ ਬਰੀਕ ਆਵਾਜ਼ ਵਿੱਚ ਸ਼ਬਦ ਕੀਰਤਨ ਕਰਿਆ ਕਰਦੇ। ਕੋਈ ਪਤਾ ਨਹੀਂ ਭਲਭਲਾ ਕੋਈ ਪਿਆਰ ਸੀਗਾ ਦਿਲੋਂ, ਤਾਂ ਕਿਸਾਨਾਂ ਦੇ ਹੱਕ 'ਚ ਉਹਨਾਂ ਨੇ ਆਪ ਦਾ ਸਰੀਰ ਹੀ ਤਿਆਗਤਾ। ਤੇ ਜਿਹੜੇ ਸਾਡੇ ਪੰਜਾਬੀਆਂ ਦੇ ਗੁਰੂ ਬਣੇ ਬੈਠੇ ਨੇ, ਪੰਜਾਬ ਦੇ ਮੁੱਢ ਦੇ ਵਿੱਚ ਦੇਹਧਾਰੀ ਗੁਰੂ, ਜਿਹੜੇ ਓਹੰ ਸੋਹੰ ਸੋਹੰ ਸਤਨਾਮ ਦਾ ਗੁਰ ਮੰਤਰ ਦਿੰਦੇ ਨੇ, ਰਾਧਾ ਸੁਆਮੀ, ਕੋਈ ਬੋਲਿਆ ਕਿਸਾਨਾਂ ਦੇ ਹੱਕ 'ਚ? ਦੱਸੋ, ਕੋਈ ਧਰਨੇ 'ਚ ਆਇਆ? ਸਰਸੇ ਵਾਲਾ ਵੱਡਾ ਬਣਿਆ ਫਿਰਦਾ, ਕੋਈ ਇਹਦਾ ਬਿਆਨ ਆਇਆ? ਇਹ ਸਭ ਲੋਕ ਖਾਊ ਯਾਰ ਨੇ, ਦੁੱਧ ਪਾਣੀ ਘਿਓ ਮਲਾਈਆਂ ਦੇਈ ਜਾਓ, ਕੋਈ ਕਿਸਾਨਾਂ ਦੇ ਹੱਕ 'ਚ ਨਹੀਂ ਬੋਲਣ ਨੂੰ ਤਿਆਰ। ਜੇ ਕਿਤੇ ਹੁੰਦੇ ਗੁਰੂ ਅਮਰਦਾਸ ਜੀ, ਜਦੋਂ ਜਿਉਂਦੇ ਜਾਗਦੇ ਚੜ੍ਹਦੀ ਕਲਾ 'ਚ ਗੋਂਦਵਾਲ ਸਾਹਿਬ ਰਾਜ ਕਰਦੇ ਸੀ ਤੇ ਅਕਬਰ ਬਾਦਸ਼ਾਹ ਆਇਆ ਤੇ ਮਹਾਰਾਜ ਕਹਿੰਦੀ ਵੀ ਚੁੱਕ ਲਾ ਥਾਲ ਥੂਲ ਜੇ। ਲੋਕਾਂ ਦਾ ਇਹੀ ਕੰਮ ਹੈ ਵੀ ਵੱਡੇ ਬੰਦਿਆਂ ਨੂੰ ਖਰੀਦ ਲੈਂਦੇ ਨੇ। ਖਰੀਦਣ ਦਾ ਮਤਲਬ ਵੀ ਆਪ ਦਾ ਪਿਆਰ ਜਨਾਉਣਾ, ਕੋਈ ਚੈੱਕ ਭੇਟਾ ਕਰ ਦੇਣਾ, ਕੋਈ ਕੁਛ ਹੋਰ ਗਰਾਂਟ ਦੇ ਦੇਣੀ ਵੀ ਬੰਦਾ ਬੋਲੇ ਨਾ। ਮਾਰੇ ਕਹਿੰਦੇ ਵੀ ਮੈਂ ਤਾਂ ਬੋਲੂੰਗਾ, ਮੈਨੂੰ ਨਹੀਂ ਕੁਛ ਚਾਹੀਦਾ, ਮੈਨੂੰ ਕੀ ਲੋੜ ਹੈ, ਮੇਰੇ ਕੋਲ ਰੱਬ ਦਾ ਦਿੱਤਾ ਸਾਰਾ ਕੁਛ ਹੈ। ਕਹਿੰਦਾ ਜੀ ਲੰਗਰ ਚਲਾ ਦਿਓ। ਲੰਗਰ ਕਹਿੰਦੇ ਤੂੰ ਚਲਾਊਂਗਾ?
ਇਹ ਗੁਰੂ ਨਾਨਕ ਸਾਹਿਬ ਦੇ 20 ਰੁਪਈਆਂ ਨਾਲ ਚੱਲ ਰਿਹਾ। ਫਿਰ ਜੀ ਮੇਰਾ ਪ੍ਰੇਮ ਕਿਵੇਂ ਪ੍ਰਵਾਨ ਹੋਵੇ? ਮੈਂ ਵੀ ਆਪ ਦਾ ਸਿੱਖ ਹੈ, ਮੇਰੀ ਭੇਟਾ ਪ੍ਰਵਾਨ ਕਰੋਗੇ, ਮੈਂ ਸਮਝੋ ਮੇਰੇ ਤੇ ਖੁਸ਼ ਹੋਏ। ਮਾਰੇ ਕਹਿੰਦੇ ਤੂੰ ਖੁਸ਼ ਕਰਨਾ ਤੇ ਫਿਰ ਕਿਸਾਨਾਂ ਦਾ ਕਰਜ਼ਾ ਮਾਫ ਕਰ, ਵਾਹਿਗੁਰੂ ਆ ਟੈਕਸ ਮਾਫ ਕਰ। ਇਹਨਾਂ ਦੀਆਂ ਫਸਲਾਂ ਕੁਦਰਤੀ ਆਫਤ ਕਰਕੇ ਐਰਕੀ ਬਰਬਾਦ ਹੋ ਗਈਆਂ ਨੇ। ਕਿਸਾਨਾਂ ਦੇ ਹੱਕ ਵਿੱਚ ਮਹਾਰਾਜ ਜੀ ਬੋਲੇ ਔਰ ਕਿਸਾਨਾਂ ਦਾ ਮਾਮਲਾ ਉਸ ਸਾਲ ਦਾ ਮਾਫ ਕਰਵਾਇਆ ਸੀਗਾ। ਇਹ ਸੱਚੇ ਗੁਰੂ ਦੀ ਨਿਸ਼ਾਨੀ ਹੈ। ਸਾਰੇ ਗੁਰੂ ਸਾਹਿਬ ਜੀ ਘਰ ਬਣਾ ਦਿੰਦੇ ਹੁੰਦੇ ਸੀ। ਗੋਂਦਵਾਲ ਵਸਾਇਆ, ਉੱਥੇ ਘਰ ਬਣਾ ਕੇ ਦਿੱਤੇ। ਅੰਮ੍ਰਿਤਸਰ ਘਰ ਬਣਾ ਕੇ ਦਿੱਤੇ। ਆਪਦੇ ਕੋਲੋਂ ਰੋਜੀ ਰੋਟੀ ਦਿੰਦੇ ਹੁੰਦੇ ਗਰੀਬਾਂ ਨੂੰ, ਉਹਨਾਂ ਦੀ ਮਦਦ ਕਰਦੇ, ਉਹਨਾਂ ਦੇ ਹੱਕ ਵਿੱਚ ਬੋਲਦੇ। ਸਾਧ ਸੰਗਤ ਜੀ, ਉਹ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਅਨੰਦਪੁਰ ਸਾਹਿਬ ਵਸਾਇਆ। ਉੱਥੇ ਮਹਾਰਾਜ ਨੇ ਲੋਕਾਂ ਨੂੰ ਘਰ ਬਣਾ ਕੇ ਦਿੱਤੇ। ਖੂਹ ਲਵਾਉਂਦੇ, ਬਾਗ ਲਵਾਉਂਦੇ, ਜੋ ਕੁਛ ਮਾਇਆ ਤੇਲਾ ਜਨਤਾ ਤੇ ਲੁਟਾ ਦਿੰਦੇ। ਬੰਦਾ ਸਿੰਘ ਬਹਾਦਰ ਨੇ ਸਾਰੇ ਕਿਸਾਨਾਂ ਨੂੰ ਜੋ ਲੁੱਟ ਕੇ ਖਾਧਾ ਸੀ ਤੁਰਕਾਂ ਨੇ, ਉਹਨਾਂ ਨੂੰ ਲੁੱਟ ਕੇ ਕਿਸਾਨਾਂ 'ਚ ਵੰਡ ਦਿੱਤਾ। ਕਹਿੰਦੇ ਲਓ ਜੀ ਮੌਜਾਂ ਮਾਣੋ। ਜ਼ਮੀਨਾਂ ਦੇ ਹੱਕ ਕਿਸਾਨਾਂ ਨੂੰ ਵਾਪਸ ਕਰਾਏ। ਧਰਮ ਦਾ ਰਾਜ ਕਾਇਮ ਕੀਤਾ। ਜੇ ਅੱਜ ਸਾਡਾ ਕੋਈ ਗੁਰੂ ਹੋਵੇ ਤੇ ਵੇਖੋ ਬੰਦੇ ਬਹਾਦਰ ਵਰਗੇ ਵੀ ਨਹੀਂ ਹਨ, ਉਹ ਵੀ ਕਿਸਾਨਾਂ ਦੇ ਹੱਕ ਵਿੱਚ ਭੁਗਤੇ। ਜੇ ਕੋਈ ਗੁਰੂ ਹੋਵੇ ਤੇ ਉਹ ਧਰਨੇ ਦੇ ਜਾ ਕੇ ਬੋਲੇ ਨਾ। ਵੱਡੇ ਬੰਦਿਆਂ ਤੋਂ ਸਰਕਾਰ ਡਰਦੀ ਹੈ। ਜਿੰਨੀਆਂ ਦੀਆਂ ਵੋਟਾਂ ਨੇ ਉਹ ਸਰਕਾਰ ਨੂੰ ਇੱਕ ਰਾਤ ਦੇ ਵਿੱਚ ਹੀ ਗੱਲ ਬਣਾ ਸਕਦੇ ਨੇ, ਪਰ ਇਹ ਨਹੀਂ ਕੋਈ ਬੋਲਦਾ। ਗਰੀਬ ਲੋਕ, ਮਾਤੜ ਲੋਕ, ਜਿਨ੍ਹਾਂ ਦੀ ਆਵਾਜ਼ ਇੱਥੋਂ ਦਰਵਾਜ਼ੇ ਤੱਕ ਨਹੀਂ ਜਾਂਦੀ, ਮੇਰੇ ਵਰਗੇ ਰੌਲਾ ਪਾਈ ਜਾਂਦੇ ਨੇ, ਜਿੰਨਾ ਮਰਜ਼ੀ ਪਾਈ ਜਾਣ। ਸਪੀਕਰ ਲੱਗਾ ਹੋਇਆ ਚੌਂਕ ਦੇ ਵਿੱਚ, ਟੀ ਟੀ 'ਚ ਕਿਹੜਾ ਸੁਣਦਾ? ਕੋਈ ਨਹੀਂ ਸੁਣਦਾ। ਜੇ ਕੋਈ ਸੁਣਦਾ ਹੋਵੇ ਤੇ ਫਿਰ ਗੱਲ ਮੰਨੇ ਨਾ। ਸਾਡੀ ਆਵਾਜ਼ ਹੀ ਨਹੀਂ ਪਹੁੰਚਦੀ ਅੱਗੇ ਤਾਂ, ਕਿਉਂਕਿ ਸਾਡੇ 'ਚ ਪਾਵਰ ਹੀ ਨਹੀਂ, ਸਮਰੱਥਾ ਹੀ ਨਹੀਂ। ਇਸ ਵਾਸਤੇ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ ਵੀ ਜਿਹੜੇ ਕੱਚੇ ਪਿੱਲੇ ਨੇ ਉਹਨਾਂ ਦੇ ਨਾਲੋਂ ਸੰਬੰਧ ਤੋੜ ਲਓ। ਜਿਨ੍ਹਾਂ ਦੀ ਮੁਹੱਬਤ, ਜਿਨ੍ਹਾਂ ਦਾ ਪਿਆਰ ਸੱਚਾ ਹੈ ਵਾਹਿਗੁਰੂ ਦੇ ਨਾਲ, ਉਹਨਾਂ ਨੂੰ ਪਹਿਚਾਣ ਕੇ ਉਹਨਾਂ ਦੇ ਨਾਲ ਜੁੜੋ ਭਾਈ। ਢੂੰਡ ਸੱਜਣ ਸੰਤ ਪੱਕੀਆਂ, ਪੱਕੀ ਅਵਸਥਾ ਵਾਲੇ ਸੰਤ ਸੱਜਣਾਂ ਨੂੰ ਢੂੰਡਣਾ ਕਰੋ। ਵਿਸ਼ਰਾਮ ਦੇ ਕੇ ਪੁਰਮਾਨ ਕਰਦੇ ਨੇ। ਅੰਤਰ ਪ੍ਰੀਤ ਭਗਤ ਸਾਚੀ ਹੋਏ। ਸੱਚੀ ਤੇ ਝੂਠੀ ਪ੍ਰੀਤੀ ਬਾਰੇ ਆਪਾਂ ਵਿਚਾਰ ਕਰ ਰਹੇ ਸੀ ਕਿ ਜਿਸ ਦੇ ਹਿਰਦੇ ਵਿੱਚ ਪ੍ਰਭੂ ਦੀ ਪ੍ਰੀਤੀ ਹੁੰਦੀ ਹੈ, ਉਸੇ ਦੀ ਹੀ ਸੱਚੀ ਭਗਤੀ ਹੁੰਦੀ ਹੈ। ਪੂਰਾ ਗੁਰ ਮਿਲਾਵਾ ਹੋ, ਅਤੇ ਪੂਰਨ ਗੁਰਾਂ ਦੇ ਨਾਲ ਹੀ ਉਹਨਾਂ ਦਾ ਮਿਲਾਪ ਹੁੰਦਾ, ਜਾਂ ਪੂਰੇ ਗੁਰਾਂ ਦੁਆਰਾ ਵਾਹਿਗੁਰੂ ਨਾਲ ਮਿਲਾਪ ਹੋ ਜਾਂਦਾ ਹੈ। ਨਿਜ ਘਰ ਵਸੈ ਸਹਿਜ ਸੁਭਾ, ਫਿਰ ਉਹ ਪੁਰਖ ਸੁਤੇ ਸੇਦੀ ਸ਼ਾਂਤੀ ਵਾਲਾ ਸੁਭਾਅ ਧਾਰ ਕੇ ਆਪਣੇ ਤੁਰਿਆ ਪਾਦ ਰੂਪ ਸਰੂਪ ਰੂਪੀ ਘਰ ਦੇ ਵਿੱਚ ਵਸ ਜਾਂਦਾ ਹੈ। ਗੁਰਮੁਖ ਨਾਮ ਵਸੈ ਮਨ ਆਈ। ਜੋ ਮੁਖੀ ਗੁਰੂ ਜੀ ਹਨ, ਉਹਨਾਂ ਦੁਆਰਾ ਹੀ ਜਿਸ ਦੇ ਮਨ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਆ ਕੇ ਵਸ ਜਾਂਦਾ ਹੈ। ਆਪੇ ਵੇਖੈ ਵੇਖਣਹਾਰ, ਵੇਖਣ ਵਾਲਾ ਪਰਮਾਤਮਾ ਆਪ ਹੀ ਕਿਰਪਾ ਦ੍ਰਿਸ਼ਟੀ ਨਾਲ ਵੇਖਣਾ ਕਰਦਾ ਹੈ। ਨਾਨਕ ਨਾਮ ਰਖਹੁ ਰਤਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਇਸ ਲਈ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਧਾਰਨ ਕਰਕੇ ਰੱਖਣਾ ਕਰੋ। ਮਹਲਾ ਤੀਜਾ। ਤੀਜੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ। ਕਾਲ ਜੁਗ ਮਹਿ ਰਾਮ ਨਾਮ ਉਰਤਾਰ। ਹੇ ਭਾਈ, ਇਸ ਕਲਯੁਗ ਵਿੱਚ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਧਾਰਨ ਕਰਕੇ
ਵਸਾ ਕੇ ਰੱਖੋ। ਬਿਨ ਨਾਵੈ ਮਾਥੈ ਪਾਵੈ ਛਾਈ। ਕਿਉਂਕਿ ਜੋ ਮਨੁੱਖ ਪਰਮਾਤਮਾ ਦੇ ਨਾਮ ਦੀ ਦਾਤ ਤੋਂ ਬਿਨਾਂ ਹੈ, ਉਹ ਆਪ ਦੇ ਮੱਥੇ ਭਾਵ ਸਿਰ ਉੱਪਰ ਲਾਹਨਤਾਂ ਰੂਪ ਲੋਕ ਪਰਲੋਕ ਦੇ ਵਿੱਚ ਨਰਾਦਰੀ ਦੀ ਸੁਆਹ ਹੀ ਪਾਉਂਦਾ ਹੈ। ਰਾਮ ਨਾਮ ਦੁਰਲਭ ਹੈ ਭਾਈ। हे ਭਾਈ, ਰਮੰਤੀ ਸਾ ਰਾਮਾ, ਪਰਮਾਤਮਾ ਦਾ ਨਾਮ ਜੋ ਰਮਿਆ ਹੋਇਆ ਹੈ, ਇਹ ਸੰਸਾਰ ਵਿੱਚ ਬਹੁਤ ਕਠਿਨਾਈ ਨਾਲ ਪ੍ਰਾਪਤ ਹੋਣ ਵਾਲਾ ਹੈ। ਗੁਰ ਪ੍ਰਸਾਦ ਵਸੈ ਮਨ ਆਈ। ਜੋ ਗੁਰਾਂ ਦੀ ਕਿਰਪਾ ਦੁਆਰਾ ਹੀ ਮਨ ਹਿਰਦੇ ਵਿੱਚ ਆ ਕੇ ਵਸਦਾ ਹੈ। ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅਨਰੋਧ ਨਾਹੀ ਨਾਹੀ, ਮਤ ਭਰਮ ਭੁੱਲੋ ਭੁੱਲੋ। ਵਿਸ਼ਰਾਮ ਦੇ ਕੇ ਫਰਮਾਨ ਕਰਦੇ ਹਨ। ਰਾਮ ਨਾਮ ਜਨ ਭਲ ਹੈ ਸੋਇ। ਹੇ ਭਾਈ, ਰਾਮ ਪਰਮਾਤਮਾ ਦਾ ਨਾਮ ਉਹ ਪੁਰਖ ਹੀ ਭਾਲਦੇ ਖੋਜਦੇ ਹਨ। ਪੂਰੇ ਗੁਰ ਤੇ ਪ੍ਰਾਪਤ ਹੋ। ਜਿਨ੍ਹਾਂ ਨੂੰ ਪੂਰਨ ਗੁਰਾਂ ਤੋਂ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਹਰਿ ਕਾ ਭਾਣਾ ਮਨ ਹੈ ਸੇ ਜਨ ਪਰਵਾਣ। ਹੇ ਭਾਈ, ਜੋ ਮਨੁੱਖ ਹਰੀ ਪਰਮਾਤਮਾ ਦਾ ਭਾਣਾ ਹੁਕਮ ਮੰਨਦੇ ਨੇ, ਉਹ ਪੁਰਖ ਲੋਕ ਪਰਲੋਕ ਦੇ ਵਿੱਚ ਪ੍ਰਵਾਨਿਕ ਸਫਲ ਜੀਵਨ ਵਾਲੇ ਹਨ। ਸਫਲ ਭਾਈ, ਸਫਲ ਯਾਤਰਾ ਆਮਣ ਜਾਨ ਰਹੇ ਮਿਲੇ ਸਾਧ। ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕੀਨੋ ਸੋਤ ਵਿਧਾਤਾ। ਗੁਰ ਕੈ ਸ਼ਬਦ ਨਾਮ ਨੀਸਾਨ। ਗੁਰਾਂ ਦੇ ਉਪਦੇਸ਼ ਦੁਆਰਾ ਉਹਨਾਂ ਨੂੰ ਲੋਕ ਪਰਲੋਕ ਵਿੱਚ ਸਹਾਇਤਾ ਕਰਨ ਵਾਲਾ ਪਰਮਾਤਮਾ ਦੇ ਨਾਮ ਦਾ ਪ੍ਰਮਾਣਾ ਮਿਲਿਆ, ਆਇਡੈਂਟੀਫਿਕੇਸ਼ਨ ਪ੍ਰੂਫ ਮਿਲਿਆ, ਜਾਂ ਗੁਰਾਂ ਦੇ ਉਪਦੇਸ਼ ਦੁਆਰਾ ਉਹਨਾਂ ਦੇ ਹਿਰਦੇ ਅੰਦਰ ਨਾਮ ਨਿਸ਼ਾਨ ਪ੍ਰਗਟ ਹੋਇਆ ਹੈ। ਤੋ ਸੇਵਹੁ ਜੋ ਕਲ ਰਹਿਆ ਤਾਰਾ। ਇਹ ਭਾਈ, ਉਸ ਪਰਮਾਤਮਾ ਨੂੰ ਹੀ ਸੇਵਨਾ ਕਰੋ ਜੋ ਸਾਰਿਆਂ ਦੇ ਅੰਦਰ ਆਪਣੀ ਚੇਤਨ ਸੱਤਾ ਰੂਪ ਸ਼ਕਤੀ ਧਾਰਨ ਕਰ ਰਿਹਾ ਹੈ। ਨਾਨਕ ਗੁਰਮੁਖ ਨਾਮ ਪਿਆਰ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਇਸ ਲਈ ਮੁਖੀ ਗੁਰਾਂ ਦੁਆਰਾ ਉਸ ਪਰਮਾਤਮਾ ਦੇ ਨਾਮ ਨਾਲ ਪ੍ਰੇਮ ਕਰੋ। ਭੈਰੋ ਮਹਲਾ ਤੀਜਾ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਭੈਰੋਂ ਰਾਗ ਵਿੱਚ ਸ਼ੋ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਕਾਲ ਜੁਗ ਮਹਿ ਬਹੁ ਕਰਮ ਕਮਾਏ। ਹੇ ਭਾਈ, ਇਸ ਕਲਯੁਗ ਦੇ ਵਿੱਚ ਜੀਵ ਬਹੁਤ ਤਰ੍ਹਾਂ ਦੇ ਨਿਤ ਨਮਿਤ ਸੰਧਿਆ ਤਰਪਣ ਆਦਿਕ ਕਰਮਾਂ ਨੂੰ ਕਮਾਉਣਾ ਕਰਦੇ ਹਨ। ਨਾ ਰੁੱਤ ਨਾ ਕਰਮ ਥਾਈ ਪਾਹੇ। ਪਰ ਹੁਣ ਨਾ ਹੀ ਉਹਨਾਂ ਕਰਮਾਂ ਰੂਪੀ ਬੀਜ ਨੂੰ ਬੀਜਣ ਦੀ ਰੁੱਤ ਹੈ, ਅਤੇ ਨਾ ਹੀ ਇਹ ਕਰਮ ਥਾਂ ਪੈਂਦੇ ਨੇ। ਭਾਵ ਪ੍ਰਭੂ ਦੇ ਦਰ ਵਿੱਚ ਪ੍ਰਵਾਨ ਨਹੀਂ ਹੁੰਦੇ। ਅਰਥਾਤ ਸਤਯੁਗ ਦੇ ਵਿੱਚ ਜੋਗ ਸਤ ਆਦਿਕ ਦੀ ਰੁੱਤ ਸੀ, ਤ੍ਰੇਤੇ ਵਿੱਚ ਯੱਗ ਆਦਿਕ ਦੀ ਰੁੱਤ ਸੀ, ਦੁਆਪਰ ਦੇ ਵਿੱਚ ਪੂਜਾ ਆਦਿਕ ਦੀ ਰੁੱਤ ਸੀ। ਹੁਣ ਉਹਨਾਂ ਪੁਰਾਣੀ ਸਾਧਨਾ ਆਦਿ ਕਰਮ ਕਾਂਡਾਂ ਦੀ ਕਰਨ ਦੀ ਰੁੱਤ ਨਹੀਂ ਰਹੀ। ਸਤਯੁਗ ਸਤ ਤੇਤਾ ਜਗੀ, ਦੁਆਪਰ ਪੂਜਾ ਚਾਰ, तीनों जोग तीनों दड़े कल केवल नाम आधार। कल युग दे विच केवल नाम दा ही आसरा है। हुण बत्ता हर नाम न बीजियो अगे भुखांगे खाए। हुण वात आई तो नाम दा बीज नहीं बीजांगे, अगे भुख लगी तो की खावांगे। काल युग में है राम नाम है सार, कलम है राम नाम सार। अखी तो
ਮੀਟੈ ਨਾਗ ਪਕੜੈ ਠੱਗਣ ਗੋ ਸੰਸਾਰ। ਇਹ ਭਾਈ ਇਸ ਕਲਯੁਗ ਵਿੱਚ ਪਰਮਾਤਮਾ ਦਾ ਨਾਮ ਹੀ ਸਾਰ ਸ੍ਰੇਸ਼ਟ ਹੈ। ਗੁਰਮੁਖ ਸਾਚਾ ਲੱਗੈ ਪਿਆ। ਮੁਖੀ ਗੁਰਾਂ ਜਾਂ ਗੁਰਮੁਖਾਂ ਦੀ ਸੰਗਤ ਦੁਆਰਾ ਹੀ ਸੱਚੇ ਨਾਮ ਦੇ ਵਿੱਚ ਪ੍ਰੇਮ ਲੱਗਦਾ ਹੈ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਤਨ ਮਨ ਖੋਜ ਘਰੈ ਮਹਿ ਪਾਇਆ। ਉਸ ਮਨੁੱਖ ਨੇ ਆਪਣੇ ਤਨ ਸਰੀਰ ਤੇ ਮਨ ਅੰਤःਕਰਨ ਨੂੰ ਖੋਜ ਭਾਲ ਕੇ ਆਪਣੇ ਹਿਰਦੇ ਰੂਪ ਘਰ ਵਿੱਚ ਪ੍ਰਭੂ ਨੂੰ ਪਾਇਆ ਹੈ। ਜਾਂ ਤਨ ਨੂੰ ਖੋਜ ਕੇ ਮਨ ਲੱਭਿਆ ਤੇ ਮਨ ਦੇ ਵਿੱਚ ਹੀ ਤੁਰਿਆ ਸਰੂਪ ਰੂਪੀ ਘਰ ਨੂੰ ਪਾਉਣਾ ਕੀਤਾ ਹੈ। ਗੁਰਮੁਖ ਰਾਮ ਨਾਮ ਚਿਤ ਲਾਇਆ। ਜਿਸ ਨੇ ਮੁਖੀ ਗੁਰਾਂ ਦੁਆਰਾ ਪਰਮਾਤਮਾ ਦੇ ਨਾਮ ਦੇ ਵਿੱਚ ਆਪਣੇ ਮਨ ਨੂੰ ਲਾਇਆ ਹੈ। ਗਿਆਨ ਅੰਜਨ ਸਤਿਗੁਰ ਤੇ ਹੋਇ। ਜਿਸ ਨੂੰ ਗਿਆਨ ਰੂਪ ਸੁਰਮਾ ਸਤਿਗੁਰਾਂ ਤੋਂ ਪ੍ਰਾਪਤ ਹੁੰਦਾ ਹੈ। ਰਾਮ ਨਾਮ ਰਵ ਰਹਿਆ ਤਿਹੁ ਲੋਇ। ਉਸ ਨੂੰ ਪਰਮਾਤਮਾ ਦਾ ਨਾਮ ਤਿੰਨਾਂ ਲੋਕਾਂ ਦੇ ਵਿੱਚ ਹੀ ਵਿਆਪਕ ਹੋ ਰਿਹਾ ਪ੍ਰਤੀਤ ਹੁੰਦਾ ਹੈ। ਜਾਂ ਜਿਸ ਦਾ ਨਾਮ ਰਾਮ ਪਰਮਾਤਮਾ ਹੈ ਉਹ ਤਿੰਨਾਂ ਲੋਕਾਂ ਵਿੱਚ ਹੀ ਵਿਆਪਕ ਹੋ ਰਿਹਾ ਹੈ। ਕਾਲ ਜੁਗ ਮਹਿ ਹਰਿ ਜੀਉ ਏਕ। ਇਸ ਕਲਯੁਗ ਦੇ ਵਿੱਚ ਇੱਕ ਹਰੀ ਪ੍ਰਭੂ ਜੀ ਦੇ ਨਾਮ ਸਿਮਰਨ ਦੀ ਹੀ ਰੁੱਤ ਹੈ। ਹੋਰ ਰੁੱਤ ਨਾ ਕਾਈ। ਹੋਰ ਕੋਈ ਸਾਧਨਾ ਜਾਂ ਕਰਮ ਕਰਨਾ ਆਦਿਕ ਦੀ ਰੁੱਤ ਨਹੀਂ ਹੈ। ਨਾਨਕ ਗੁਰਮੁਖ ਹਿਰਦੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਇਸ ਲਈ ਹੈ ਭਾਈ ਗੁਰਮੁਖ ਬਣ ਕੇ ਜਾਂ ਮੁਖੀ ਗੁਰਾਂ ਦੁਆਰਾ ਆਪਣੇ ਹਿਰਦੇ ਮਨ ਦੇ ਵਿੱਚ ਰਾਮ ਨਾਮ ਲਿਓ ਜਮਾਈ। ਮਨ ਵਿੱਚ ਰਮੰਤੀ ਸਾ ਰਾਮਾ ਰਮੇ ਪਰਮਾਤਮਾ ਦਾ ਨਾਮ ਜਮਾ ਲਓ। ਬੀਜ ਲੈਣਾ ਕਰੋ ਭਾਵ ਹਿਰਦੇ ਵਿੱਚ ਪ੍ਰਭੂ ਦਾ ਨਾਮ ਦ੍ਰਿੜ ਕਰੋ। ਮੁਖੀ ਗੁਰਾਂ ਪਾਸੋਂ ਹਿਰਦੇ ਵਿੱਚ ਪ੍ਰਭੂ ਦਾ ਨਾਮ ਪਹਿਲਾਂ ਸਰਵਣ ਕਰਕੇ ਫਿਰ ਮੰਨਣ ਰੂਪੇ ਲੇਹੋ ਜਮਾਈ। ਜਮਾ ਲੈਣਾ ਕਰੋ। ਇਹਨੂੰ ਜਮਾ ਕਰੋ ਖਜ਼ਾਨੇ ਨੂੰ ਜਿੰਨਾ ਵੀ ਹੋ ਸਕਦਾ ਹੈ। ਡਾਕਟਰ ਭਾਈ ਵੀਰ ਸਿੰਘ ਸਾਹਿਬ ਦੇ ਵਿਚਾਰ ਨੇ ਕਿ ਜੇ ਹਰ ਰੋਜ਼ ਬਹੁਤਾ ਨਹੀਂ ਤਾਂ 5 ਮਿੰਟ ਹੀ ਵਾਹਿਗੁਰੂ ਵਾਹਿਗੁਰੂ ਕਰਾਂਗੇ ਤਾਂ ਜਦੋਂ ਤੱਕ ਚੜ੍ਹਾਈ ਕਰਨਾ ਹੈ ਕਿੰਨੇ ਮਿੰਟ ਇਕੱਠੇ ਹੋ ਜਾਣਗੇ। ਇਸ ਲਈ ਜਿਹੜੇ 8 ਪਹਿਰ ਸਿਮਰਦੇ ਉਹਨਾਂ ਦੀ ਭਲਾ ਕੀ ਮਹਿਮਾ ਕਹਿਣੀ ਹੈ। 8 ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਬੈ। ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕਾ ਸਿਮਰਨ ਉਧਰੇ ਮੂਚਾ। ਸਤਿਗੁਰੂ ਮਹਾਰਾਜ ਕਿਰਪਾ ਕਰਨ ਆਪਦੇ ਨਾਮ ਸਿਮਰਨ ਦੀ ਦਾਤ ਬਖਸ਼ਣ ਜੀ। ਭੁੱਲਾਂ ਚੁੱਕਾ ਖਿਮਾ ਕਰੋ ਅੱਗੇ ਦੋ ਸਮਤ ਬਖਸ਼ੋ। ਕਾਲ ਜੁਗ ਮਹਿ ਹਰਿ ਜੀਉ ਏਕ। ਹੋਰ ਰੁੱਤ ਨਾ ਕਾਈ। ਨਾਨਕ ਗੁਰਮੁਖ ਹਿਰਦੈ। ਰਾਮ ਨਾਮ ਲਿਹੁ ਜਮਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।